ਭਾਰਤ ਸਰਕਾਰ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ੇ ਬੰਦ ਕਰ ਦਿੱਤੇ ਨੇ। ਹੁਣ ਕੋਈ ਵੀ ਅਗਰ ਕੈਨੇਡਾ ਦਾ ਨਾਗਰਿਕ ਭਾਰਤ ਵਿੱਚ ਆਉਣ ਦੀ ਇੱਛਾ ਰੱਖਦਾ ਹੈ ਜਾਂ ਫਿਰ ਵੀਜ਼ਾ ਲਈ ਅਪਲਾਈ ਕਰਦਾ ਹੈ, ਉਸ ਨੂੰ ਭਾਰਤ ਸਰਕਾਰ ਵੱਲੋਂ ਵੀਜ਼ਾ ਨਹੀਂ ਦਿੱਤਾ ਜਾਵੇਗਾ। ਪਰ ਇਸ ਫੈਸਲੇ ਦੇ ਨਾਲ ਕਈ ਅਜਿਹੇ ਹੋਰ ਸਵਾਲ ਵੀ ਪੈਦਾ ਹੁੰਦੇ ਹਨ, ਜਿਨ੍ਹਾਂ ਸਾਰੇ ਸਵਾਲਾਂ ਤੇ ਚਰਚਾ ਕਰਾਂਗੇ। ਤੁਹਾਨੂੰ ਦੱਸਾਂਗੇ ਕਿ ਹੁਣ ਇਸ ਵੇਲੇ ਕੈਨੇਡਾ ਵਿੱਚ ਜਿਹੜੇ ਭਾਰਤੀ ਨਾਗਰਿਕ ਰਹਿ ਰਹੇ ਹਨ, ਉਹਨਾਂ ਦਾ ਕੀ ਬਣੇਗਾ। ਜਿਹੜੇ ਹਰ ਸਾਲ ਲੱਖਾਂ ਸਟੂਡੈਂਟਸ, ਲੱਖਾਂ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਨ ਜਾਂਦੇ ਹਨ, ਕੈਨੇਡਾ ਦੀ ਧਰਤੀ ਵਿੱਚ ਆਪਣਾ ਇੱਕ ਸੁਪਨਾ ਸਾਕਾਰ ਕਰਨ ਜਾਂਦੇ ਹਨ, ਉਹਨਾਂ ਦਾ ਕੀ ਬਣੇਗਾ। ਜਿਹੜੇ ਲੋਕਾਂ ਨੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਹੋਈਆਂ, ਕਾਰਡ ਵੰਡੇ ਹੋਏ ਨੇ, ਮੈਰਿਜ ਹਾਲ ਬੁੱਕ ਕਰਾ ਲਿਆ ਕਿ ਉਹਨਾਂ ਦੀ ਕੁੜੀ ਜਾਂ ਉਹਨਾਂ ਦੇ ਮੁੰਡੇ ਦਾ ਵਿਆਹ ਹੋਣਾ ਹੈ, ਧੀ ਤੇ ਜਾਂ ਮੁੰਡਾ ਬਾਹਰ ਜਾਏਗਾ ਤੇ ਉਸ ਤੋਂ ਬਾਅਦ ਆਪਣੇ ਸਾਥੀ ਨੂੰ ਕੈਨੇਡਾ ਵਿੱਚ ਸੱਦਣਗੇ, ਕਿ ਉਹਨਾਂ ਲਈ ਵੀ ਹੁਣ ਵੀਜ਼ੇ ਬੰਦ ਕਰ ਦਿੱਤੇ ਜਾਣਗੇ। ਸਪਾਊਸ ਵੀਜ਼ਾ ਵਾਲਿਆਂ ਦਾ ਕੀ ਬਣੇਗਾ। ਜਿਹੜੇ ਲੋਕ ਟੂਰਿਸਟ ਵੀਜ਼ਾ ਤੇ ਗਏ ਹੋਏ ਹਨ, ਇਸ ਵੇਲੇ ਕੈਨੇਡਾ ਵਿੱਚ ਮੌਜੂਦ ਹਨ, ਉਹਨਾਂ ਦਾ ਕੀ ਬਣੇਗਾ। ਜਾਂ ਫਿਰ ਵਰਕ ਪਰਮਿਟ ਤੇ ਜਿਹੜੇ ਲੋਕ ਗਏ ਹੋਏ ਹਨ ਕੈਨੇਡਾ, ਉਹਨਾਂ ਨਾਲ ਕੀ ਵਤੀਰਾ ਕਰੇਗੀ ਭਾਰਤ ਸਰਕਾਰ, ਅਤੇ ਕੀ ਕੈਨੇਡਾ ਦੀ ਸਰਕਾਰ ਵੀ ਕੋਈ ਨਵੇਂ ਨਿਯਮ ਲਾਗੂ ਕਰੇਗੀ ਕਿ ਕੈਨੇਡਾ ਦੀ ਸਰਕਾਰ ਸਖਤ ਰਵੱਈਆ ਅਪਣਾਏਗੀ, ਜਿਸ ਦੇ ਚਲਦੇ ਸਟੂਡੈਂਟਸ ਨੂੰ ਬੁਲਾਉਣਾ ਬੰਦ ਕਰ ਦਿੱਤਾ ਜਾਵੇਗਾ। ਜਾਂ ਫਿਰ ਜਿਹੜੇ ਲੋਕ ਇਸ ਵੇਲੇ ਭਾਰਤੀ ਲੋਕ ਇਸ ਵੇਲੇ ਕੈਨੇਡਾ ਵਿੱਚ ਵਰਕ ਪਰਮਿਟ ਤੇ ਗਏ ਹੋਏ ਹਨ, ਟੂਰਿਸਟ ਵੀਜ਼ਾ ਤੇ ਗਏ ਹੋਏ ਹਨ, ਜਾਂ ਫਿਰ ਉੱਥੇ ਜਾ ਕੇ ਸਟੂਡੈਂਟ ਵੀਜ਼ਾ ਤੇ ਗਏ ਹੋਏ ਹਨ, ਕਿ ਉਹਨਾਂ ਨੂੰ ਕੈਨੇਡਾ ਦੀ ਸਰਕਾਰ ਵਾਪਸ ਭੇਜ ਦੇਵੇਗੀ ਜਾਂ ਫਿਰ ਉਹਨਾਂ ਨੂੰ ਵੀ ਭਾਰਤ ਵਿੱਚ ਆਉਣ ਦੀ, ਵਾਪਸ ਆਪਣੇ ਮੁਲਕ ਆਉਣ ਦੀ ਇਜਾਜ਼ਤ ਨਹੀਂ ਮਿਲੇਗੀ। ਕਈ ਪਹਿਲੂ ਨੇ, ਇਹਨਾਂ ਸਾਰੇ ਪਹਿਲੂਆਂ ਤੇ ਵਾਰੀ-ਵਾਰੀ ਚਰਚਾ ਕਰਦੇ ਆ। ਸਭ ਤੋਂ ਪਹਿਲਾਂ ਇੱਕ ਪਹਿਲੂ ਹੈ OCI ਕਾਰਡ ਜਾਂ ਫਿਰ PIO ਕਾਰਡ। OCI ਕਾਰਡ ਯਾਨੀ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਅਤੇ PIO ਯਾਨੀ ਪਰਸਨ ਆਫ ਇੰਡੀਅਨ ਓਰੀਜਨ। ਕੈਨੇਡਾ ਦੀ ਸਰਕਾਰ ਨੇ ਕਈ ਅਜਿਹੇ ਸਿਰਫ ਭਾਰਤ ਸਰਕਾਰ ਲਈ ਅਜਿਹੇ ਇੱਕ ਵੱਖਰੇ ਕਾਰਡ ਬਣਾਏ ਹਨ, ਜਿਨ੍ਹਾਂ ਦਾ ਨਾਮ ਹੈ OCI ਅਤੇ PIO। ਇਹਨਾਂ ਕਾਰਡਾਂ ਦਾ ਮਹੱਤਵ ਇਹ ਹੈ ਕਿ ਜਿਹੜੇ ਵੀ ਲੋਕਾਂ ਨੇ ਕਦੇ ਭਾਰਤ ਦਾ ਪਾਸਪੋਰਟ ਉਹਨਾਂ ਕੋਲ ਹੋਵੇ ਜਾਂ ਫਿਰ ਉਹ ਭਾਰਤ ਵਿੱਚ ਪੈਦਾ ਹੋਏ ਹੋਣ, ਪਰ ਇਸ ਵੇਲੇ ਉਹ ਕੈਨੇਡਾ ਵਿੱਚ ਕੰਮ ਕਰ ਰਹੇ ਨੇ, ਕੈਨੇਡਾ ਦੇ ਨਾਗਰਿਕ ਨੇ, ਜਾਂ ਫਿਰ ਕੈਨੇਡਾ ਵਿੱਚ ਵਰਕ ਪਰਮਿਟ ਤੇ ਗਏ ਹੋਏ ਹਨ, ਇਹਨਾਂ PIO ਅਤੇ OCI ਕਾਰਡ ਹੋਲਡਰਾਂ ਵਾਸਤੇ ਇੱਦਾਂ ਦੇ ਕੋਈ ਨਿਯਮ ਲਾਗੂ ਨਹੀਂ ਹੋਏ ਹਨ। ਜਦੋਂ ਉਹਨਾਂ ਦਾ ਮਨ ਕਰੇ, ਜਦੋਂ ਉਹਨਾਂ ਦੀ ਇੱਛਾ ਹੋਵੇ, ਉਹ ਆਪਣੇ ਮੁਲਕ ਹਿੰਦੁਸਤਾਨ ਵਿੱਚ ਵਾਪਸ ਆ ਸਕਦੇ ਹਨ। ਇੱਥੇ ਜਿੰਨੀ ਦੇਰ ਰਹਿਣਾ ਚਾਹੁੰਦੇ ਹਨ ਰਹਿ ਸਕਦੇ ਹਨ, ਅਤੇ ਵਾਪਸ ਕੈਨੇਡਾ ਵਿੱਚ ਆਪਣਾ ਕੰਮ, ਆਪਣਾ ਬਿਜ਼ਨਸ ਦੇਖਣ ਲਈ ਜਾ ਸਕਦੇ ਹਨ। ਇਸ ਵੇਲੇ ਤਕਰੀਬਨ ਕੈਨੇਡਾ ਵਿੱਚ 15,10,000 ਦੇ ਕਰੀਬ PIO ਯਾਨੀ ਪਰਸਨ ਆਫ ਇੰਡੀਅਨ ਓਰੀਜਨ ਕਾਰਡ ਹੋਲਡਰ ਨੇ, ਜਿਨ੍ਹਾਂ ਲਈ ਇੱਕ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਇਹਨਾਂ ਲਈ ਇਹ ਸਪੈਸ਼ਲ ਰੂਲਸ ਨੇ ਕਿ ਇਹਨਾਂ ਕਾਰਡ ਹੋਲਡਰਾਂ ਵਾਸਤੇ ਕੋਈ ਵੀ ਇੱਦਾਂ ਦੇ ਨਿਯਮ ਲਾਗੂ ਨਹੀਂ ਕੀਤੇ ਗਏ ਹਨ, ਜਿਨ੍ਹਾਂ ਦੇ ਚਲਦੇ ਇਹਨਾਂ ਨੂੰ ਵੀਜ਼ਾ ਨਹੀਂ ਮਿਲੇਗਾ ਕੈਨੇਡਾ ਦਾ, ਜਾਂ ਫਿਰ ਜੇਕਰ ਇਹ ਕੈਨੇਡਾ ਵਿੱਚ ਬੈਠੇ ਨੇ, ਇਹ ਭਾਰਤ ਵਾਪਸ ਨਹੀਂ ਆ ਸਕਦੇ। ਜੀ ਨਹੀਂ, OCI ਅਤੇ PIO ਕਾਰਡ ਹੋਲਡਰਾਂ ਵਾਸਤੇ ਇੱਦਾਂ ਦੇ ਕੋਈ ਰੂਲ, ਕੋਈ ਨਿਯਮ ਨਹੀਂ ਨੇ। ਜਦੋਂ ਇਹਨਾਂ ਦਾ ਦਿਲ ਕਰੇ, ਇਹ ਆਪਣੇ ਮੁਲਕ ਵਿੱਚ ਆ ਸਕਦੇ ਨੇ, ਹਿੰਦੁਸਤਾਨ ਵਿੱਚ ਆ ਸਕਦੇ ਨੇ। ਜਿੰਨੀ ਦੇਰ ਇਹਨਾਂ ਨੇ ਭਾਰਤ ਵਿੱਚ ਰਹਿਣਾ ਹੈ, ਰਹਿ ਕੇ ਦੁਬਾਰਾ ਕੈਨੇਡਾ ਵਿੱਚ ਜਾ ਕੇ ਆਪਣਾ ਕੰਮ ਧੰਦਾ ਵੇਖ ਸਕਦੇ ਨੇ। ਹੁਣ ਜਿਹੜੀ ਇੱਕ ਹੋਰ ਇਸ ਚੀਜ਼ ਵਿੱਚ ਸਾਹਮਣੇ ਨਿਕਲ ਕੇ ਆਉਂਦੀ ਹੈ ਗੱਲ, ਕਿ ਜਿਹੜੇ ਸਟੂਡੈਂਟ ਵੀਜ਼ਾ ਇੱਕ ਬਹੁਤ ਵੱਡਾ ਵੀਜ਼ਾ ਹੈ, ਬਹੁਤ ਵੱਡੀ ਮਾਤਰਾ ਵਿੱਚ ਸਟੂਡੈਂਟ ਪੜ੍ਹਨ ਜਾਂਦੇ ਹਨ। ਜੇਕਰ ਤੁਹਾਡੇ ਨਾਲ ਮੈਂ ਪਿਛਲੇ ਸਾਲ ਦੀ ਅੰਕੜਿਆਂ ਦੀ ਗੱਲ ਕਰਾਂ, ਸਾਲ 2022 ਦੇ ਅੰਕੜੇ ਦੀ ਗੱਲ ਕਰਾਂ, ਤਾਂ 3,19,000 ਸਟੂਡੈਂਟ ਵੀਜ਼ਾ ਕੈਨੇਡਾ ਨੇ ਦਿੱਤੇ ਸੀਗੇ ਉਹਨਾਂ ਬੱਚੇ ਨੂੰ, ਜਿਹੜੇ ਕੈਨੇਡਾ ਵਿੱਚ ਆ ਕੇ, ਇੰਟਰਨੈਸ਼ਨਲ ਸਟੂਡੈਂਟਸ ਨੂੰ, ਜਿਹੜੇ ਕੈਨੇਡਾ ਵਿੱਚ ਆ ਕੇ ਪੜ੍ਹਨਾ ਚਾਹੁੰਦੇ ਹਨ, ਜਿਨ੍ਹਾਂ ਵਿੱਚੋਂ 30 ਤੋਂ 35% ਹਿੰਦੁਸਤਾਨ ਦੇ ਸਨ, ਜਾਂ ਆਪਾਂ ਕਹੀਏ ਪੰਜਾਬ ਦੇ ਸਨ, ਕਿਉਂਕਿ ਪੰਜਾਬ ਵਿੱਚ ਹੀ ਇਹ ਟ੍ਰੈਂਡ ਚੱਲਦਾ ਪਿਆ, ਜਿੱਥੇ ਲੋਕ ਕੈਨੇਡਾ ਵਿੱਚ ਜਾ ਕੇ, ਪੰਜਾਬੀ ਕੈਨੇਡਾ ਵਿੱਚ ਜਾ ਕੇ ਕੰਮ ਕਰਨਾ ਚਾਹੁੰਦੇ ਹਨ, ਜਾਂ ਪੜ੍ਹਨਾ ਚਾਹੁੰਦੇ ਹਨ, ਜਾਂ ਹਲੇ ਪੜ੍ਹ ਰਹੇ ਹਨ। ਇਹਨਾਂ ਸਟੂਡੈਂਟ ਵੀਜ਼ਾ ਤੇ ਗਏ ਸਟੂਡੈਂਟਸ ਦਾ, ਬੱਚਿਆਂ ਦਾ, ਜਾਂ ਫਿਰ ਜਿਨ੍ਹਾਂ ਦੀ ਹਲੇ ਫਾਈਲਿੰਗ ਹੋਈ ਹੈ, ਜਿਨ੍ਹਾਂ ਨੇ ਆਪਣੀ ਫਾਈਲ ਭੇਜੀ ਹੋਈ ਹੈ ਕੈਨੇਡਾ ਦੀ ਐਮਬੈਸੀ ਵਿੱਚ, ਜਾਂ ਫਿਰ ਜਿਨ੍ਹਾਂ ਨੇ ਤਿਆਰੀਆਂ ਖਿੱਚੀਆਂ ਹੋਈਆਂ ਸਟੂਡੈਂਟ ਵੀਜ਼ਾ ਦੀਆਂ, ਉਹਨਾਂ ਦਾ ਕੀ ਬਣੇਗਾ। ਤੁਹਾਨੂੰ ਦੱਸ ਦੇ ਕਿ ਇਸ ਦੇ ਲਈ ਵੀ ਹੁਣ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਰੂਲ ਜਾਰੀ ਕਰ ਦਿੱਤੇ ਹਨ। ਕੋਈ ਵੀ ਬੰਦਾ, ਕੋਈ ਵੀ ਵਿਅਕਤੀ, ਕੋਈ ਵੀ ਵਿਦਿਆਰਥੀ, ਚਾਹੇ ਉਹ ਸਟੂਡੈਂਟ ਵੀਜ਼ਾ ਤੇ ਗਿਆ ਹੋਵੇ, ਵਰਕ ਪਰਮਿਟ ਤੇ ਗਿਆ ਹੋਵੇ, ਜਾਂ ਫਿਰ ਟੂਰਿਸਟ ਵੀਜ਼ਾ ਤੇ ਹੀ ਕਿਉਂ ਨਾ ਗਿਆ ਹੋਵੇ, ਉਹ ਵੀ ਜਦੋਂ ਉਹਨਾਂ ਦਾ ਦਿਲ ਚਾਹੇ ਉਹ ਹਿੰਦੁਸਤਾਨ, ਭਾਰਤ ਵਿੱਚ ਵਾਪਸ ਆ ਸਕਦੇ ਹਨ। ਉਹਨਾਂ ਦੇ ਟਰੈਵਲ ਲਈ ਕੋਈ ਇੱਦਾਂ ਦੀ ਬੰਦਿਸ਼ਾਂ, ਕੋਈ ਰਿਸਟ੍ਰਿਕਸ਼ਨਸ ਭਾਰਤ ਸਰਕਾਰ ਨੇ ਨਹੀਂ ਦਿੱਤੀਆਂ ਹਨ। ਜਦੋਂ ਵੀ, ਜਿਸ ਕੋਲ ਵੀ, ਇੱਕ ਬੜੀ ਸਿੰਪਲ ਇਹਨਾਂ ਲੈਂਗੁਏਜ ਮੈਂ ਤੁਹਾਨੂੰ ਦੱਸਦਾ, ਇੱਕ ਵਾਕਿਆ ਜਿਸ ਗੱਲ ਦਾ ਮੈਂ ਸਮਰਾਈਜ਼ ਕਰ ਦਿੰਦਾ, ਕਿ ਜਿਨ੍ਹਾਂ ਕੋਲ ਇੰਡੀਆ ਦਾ ਪਾਸਪੋਰਟ ਹੈ, ਜੀ ਹਾਂ, ਜਿਹੜੇ ਇੰਡੀਅਨ ਪਾਸਪੋਰਟ ਹੋਲਡਰ ਨੇ, ਉਹਨਾਂ ਤੇ
ਕੋਈ ਵੀ ਇਦਾਂ ਦੇ ਰੂਲ ਕੋਈ ਵੀ ਨਿਯਮ ਲਾਗੂ ਨਹੀਂ ਕੀਤੇ ਗਏ ਹਨ। ਉਹਨਾਂ ਦਾ ਜਿਵੇਂ ਦਿਲ ਕਰੇ ਉਹ ਹਿੰਦੁਸਤਾਨ ਵਿੱਚ ਆ ਸਕਦੇ ਹਨ, ਇੱਥੇ ਰਹਿ ਸਕਦੇ ਹਨ, ਤੇ ਜੇਕਰ ਉਹਨਾਂ ਨੇ ਦੁਬਾਰਾ ਵਾਪਸ ਕੈਨੇਡਾ ਵੀ ਜਾਣਾ ਹੈ ਉਹ ਜਾ ਸਕਦੇ ਹਨ। ਉਹਨਾਂ 'ਤੇ ਕਿਸੇ ਵੀ ਤਰੀਕੇ ਦੀ ਬੰਦਿਸ਼ਾਂ ਨਹੀਂ ਨੇ। ਪਰ ਜਿਹੜੀ ਗੱਲ ਵੇਖਣ ਵਾਲੀ ਇਹ ਹੈ, ਇਸ ਗੱਲ ਦਾ ਹਾਲੇ ਸਪਾਊਸ ਵੀਜ਼ਾ ਤੇ ਕਿਸੇ ਵੱਲੋਂ ਵੀ ਨਾ ਕੈਨੇਡਾ ਸਰਕਾਰ ਵੱਲੋਂ ਅਤੇ ਨਾ ਹੀ ਭਾਰਤ ਦੀ ਸਰਕਾਰ ਵੱਲੋਂ ਕੋਈ ਡਿਟੇਲ ਕੋਈ ਸਟੇਟਮੈਂਟ ਸਾਂਝੀ ਨਹੀਂ ਹੋਈ ਹੈ। ਕਿਉਂਕਿ ਹੁਣ ਜਦੋਂ ਸਰਦੀਆਂ ਦਾ ਸੀਜ਼ਨ ਆਉਣਾ, ਆਪਾਂ ਸਾਨੂੰ ਪਤਾ ਕਿ ਇੱਕ ਵਿਆਹ ਦਾ ਸੀਜ਼ਨ ਆਉਣ ਵਾਲਾ ਹੈ। ਵਿਆਹ ਦੇ ਸੀਜ਼ਨ ਵਿੱਚ ਪੰਜਾਬ ਵਿੱਚ ਵੀ ਇੱਕ ਟ੍ਰੈਂਡ ਵੇਖਿਆ ਜਾਂਦਾ ਹੈ ਕਿ ਵਧੇਰੇ ਅਜਿਹੇ ਪਰਿਵਾਰ ਨੇ ਜਿਹੜੇ ਇਸ ਉਮੀਦ ਵਿੱਚ ਬੈਠੇ ਰਹਿੰਦੇ ਹਨ ਕਿ ਉਹਨਾਂ ਦੀ ਧੀ ਜਾਂ ਉਹਨਾਂ ਦਾ ਮੁੰਡਾ ਸਪਾਊਸ ਵੀਜ਼ਾ ਰਾਹੀਂ ਬਾਹਰ ਚਲਾ ਜਾਵੇਗਾ। ਉਹਨਾਂ ਦਾ ਵਿਆਹ ਧਰਿਆ ਹੋਇਆ ਜਾਂ ਵਿਆਹ ਧਰਿਆ ਪਿਆ ਹੈ, ਜਿੱਥੇ ਪਹਿਲਾਂ ਜਾਂ ਕੁੜੀ ਬਾਹਰ ਜਾਵੇਗੀ ਉਹ ਸਪਾਊਸ ਵੀਜ਼ਾ ਤੇ 6 ਜਾਂ 7 ਮਹੀਨੇ ਬਾਅਦ ਆਪਣੇ ਸਾਥੀ ਨੂੰ ਬਾਹਰ ਬੁਲਾ ਲੈਂਦੀ ਹੈ, ਜਾਂ ਫਿਰ ਮੁੰਡਾ ਬਾਹਰ ਜਾਂਦਾ ਹੈ ਉਹ ਆਪਣੀ ਪਤਨੀ ਨੂੰ ਬਾਹਰ ਬੁਲਾ ਲੈਂਦਾ ਹੈ। ਇਹਨਾਂ ਪਰਿਵਾਰਾਂ ਤੇ ਇਹਨਾਂ ਮਾਮਲਿਆਂ ਤੇ ਇਹ ਜਿਹੜੇ ਕੇਸ ਨੇ, ਜਿਹੜੇ ਵਿਆਹ ਕਰਕੇ ਆਪਣੇ ਮੁੰਡੇ ਆਪਣੀ ਧੀ ਨੂੰ ਬਾਹਰ ਭੇਜਦੇ ਨੇ, ਕੈਨੇਡਾ ਭੇਜਦੇ ਨੇ, ਇਹਨਾਂ ਵਿੱਚ ਇਹਨਾਂ ਮਾਮਲਿਆਂ ਲਈ ਹਜੇ ਦੋਵੇਂ ਮੁਲਕਾਂ ਦੀ ਸਰਕਾਰ ਤੋਂ ਕਿਸੇ ਵੀ ਤਰੀਕੇ ਦੀ ਸਟੇਟਮੈਂਟ ਕੋਈ ਵੀ ਰੂਲ ਲਾਗੂ ਨਹੀਂ ਕੀਤੇ ਗਏ ਹਨ। ਸਿਰਫ ਆਹੀ ਲੋਕ ਨੇ ਜਿਨ੍ਹਾਂ ਤੇ ਸਵਾਲੀਆ ਨਿਸ਼ਾਨ ਬਣਿਆ ਹੋਇਆ, ਕਿਉਂਕਿ ਪੰਡਾਲ ਲੋਕਾਂ ਨੇ ਬੁੱਕ ਕੀਤੇ ਹੋਏ ਹਨ, ਉਹਨਾਂ ਨੇ ਸਾਰਾ ਐਡਵਾਂਸ ਵੀ ਦੇਤਾ, ਕਾਰਡ ਵੀ ਛਪੇ ਹੋਏ ਹਨ। ਮੁੰਡੇ ਤੇ ਕੁੜੀਆਂ ਨੇ ਆਪਣਾ ਸ਼ਾਇਦ ਹੋ ਸਕਦਾ ਪ੍ਰੀ ਵੈਡਿੰਗ ਸ਼ੂਟ ਵੀ ਕਰਾ ਲਿਆ ਹੋਵੇ, ਕੈਨੇਡਾ ਦੀਆਂ ਟਿਕਟਾਂ ਵੀ ਬੁੱਕ ਕਰ ਲਈਆਂ। ਹੁਣ ਇਹ 'ਚ ਵੀ ਕੋਈ ਵਧੇਰੀ ਗੱਲ ਨਹੀਂ ਕਿ ਕੈਨੇਡਾ ਦਾ ਵੀਜ਼ਾ ਵੀ ਉਹਨਾਂ ਦਾ ਲੱਗ ਚੁੱਕਿਆ, ਟਿਕਟਾਂ ਬੁੱਕ ਹੋ ਚੁੱਕੀਆਂ। ਵਿਆਹ ਜਿਵੇਂ ਹੀ ਵਿਆਹ ਹੁੰਦਾ ਹੈ, ਮੁੰਡਾ ਜਾਂ ਕੁੜੀ ਬਾਹਰ ਜਾਊਗੇ ਤੇ ਕੁਝ ਮਹੀਨੇ ਬਾਅਦ ਆਪਣੇ ਸਾਥੀ ਨੂੰ ਬੁਲਾ ਲੈਣਗੇ। ਪਰ ਦੋਵੇਂ ਸਰਕਾਰਾਂ ਨੇ ਕੋਈ ਵੀ ਰੂਲ ਕੋਈ ਵੀ ਨਿਯਮ ਲਾਗੂ ਹਾਲੇ ਤੱਕ ਨਹੀਂ ਕੀਤੇ ਹਨ, ਕੋਈ ਸਟੇਟਮੈਂਟ ਰਿਲੀਜ਼ ਨਹੀਂ ਕੀਤੀ ਹੈ। ਇਸ ਕਰਕੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਇਹਨਾਂ ਤੇ ਬਣਿਆ ਹੋਇਆ ਕਿ ਇਹਨਾਂ ਲੋਕਾਂ ਦਾ ਕੀ ਬਣੇਗਾ। ਖਾਸ ਤੌਰ ਤੇ ਇਸ ਅੰਕੜੇ ਵਿੱਚ, ਇਸ ਗਿਣਤੀ ਵਿੱਚ ਜਿਹੜੇ ਲੋਕ ਆਉਂਦੇ ਹਨ ਉਹ ਪੰਜਾਬ ਦੇ ਲੋਕ ਵਾਧੂ ਹਨ। ਪੰਜਾਬ ਦੇ ਲੋਕ ਇਸ ਮਾਮਲੇ ਵਿੱਚ ਵੱਧ ਜੁੜੇ ਹੋਏ ਹਨ, ਕਿਉਂਕਿ ਉਹਨਾਂ ਵਿੱਚ ਇੱਕ ਇਹ ਚਾਹ ਹੁੰਦਾ ਕਿ ਉਹਨਾਂ ਦਾ ਮੁੰਡਾ ਜਾਂ ਧੀ ਬਾਹਰ ਚਲ ਜਾਵੇ, ਭਾਵੇਂ ਕਿਸੇ ਵੀ ਤਰੀਕੇ ਬਾਹਰ ਜਾਵੇ, ਤੇ ਵਿਆਹ ਇੱਕ ਅਖੀਰਲਾ ਆਪਸ਼ਨ ਹੁੰਦਾ। ਕੋਈ ਵੀ ਸਟੇਟਮੈਂਟ ਨਾ ਭਾਰਤ ਸਰਕਾਰ ਵੱਲੋਂ ਨਾ ਹੀ ਟਰੂਡੋ ਸਰਕਾਰ ਵੱਲੋਂ ਰਿਲੀਜ਼ ਕੀਤੀ ਗਈ ਹੈ ਇਹਨਾਂ ਲੋਕਾਂ ਲਈ, ਤੇ ਕਿਤੇ ਨਾ ਕਿਤੇ ਇਹ ਵੀ ਡਰ ਦਾ ਮਾਹੌਲ ਪੈਦਾ ਹੋਇਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਇਹਨਾਂ ਲੋਕਾਂ ਦਾ ਕੈਨੇਡਾ ਜਾਣ ਦਾ ਸੁਪਨਾ ਮਹਿਜ਼ ਸੁਪਨਾ ਹੀ ਬਣ ਕੇ ਰਹਿ ਜਾਏ, ਕਿਉਂਕਿ ਜੋ ਫਿਲਹਾਲ ਦੀ ਸਥਿਤੀ ਕਹਿੰਦੀ ਹੈ ਕਿ ਸਟੇਟਮੈਂਟ ਕੋਈ ਰਿਲੀਜ਼ ਨਹੀਂ ਕੀਤੀ ਗਈ। ਬਹਰਹਾਲ ਜੇ ਕੋਈ ਸਟੇਟਮੈਂਟ ਰਿਲੀਜ਼ ਕੀਤੀ ਵੀ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਇਹਨਾਂ ਲੋਕਾਂ ਦੇ ਚਿਹਰੇ ਤੇ ਵੀ ਦੁਬਾਰਾ ਮੁਸਕਾਨ, ਦੁਬਾਰਾ ਖੁਸ਼ੀ ਆ ਜਾਵੇ। ਪਰ ਜੋ ਸੂਤਰ ਹਲੇ ਕਹਿ ਰਹੇ ਨੇ, ਜੋ ਹਾਲਾਤ ਹਜੇ ਕਹਿ ਰਹੇ ਨੇ ਕਿ ਸਪਾਊਸ ਵੀਜ਼ਾ ਤੇ ਹਲੇ ਕਿਸੇ ਵੀ ਸਰਕਾਰ ਵੱਲੋਂ ਕੋਈ ਵੀ ਸਟੇਟਮੈਂਟ ਰਿਲੀਜ਼ ਨਹੀਂ ਕੀਤੀ ਗਈ। ਹੋ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਸਟੇਟਮੈਂਟ ਰਿਲੀਜ਼ ਹੋਵੇ, ਪਰ ਜੋ ਇਸ ਵੇਲੇ ਦਾ ਟਾਈਮ ਹੈ ਉਹ ਆਹੀ ਕਹਿੰਦਾ ਕਿ ਸਪਾਊਸ ਵੀਜ਼ਾ ਤੇ ਇੱਕ ਤਲਵਾਰ ਲਟਕ ਰਹੀ ਹੈ, ਭਾਵੇਂ ਉਹ ਕੈਨੇਡਾ ਦੀ ਸਰਕਾਰ ਵੱਲੋਂ ਹੋਵੇ ਜਾਂ ਭਾਰਤ ਦੀ ਸਰਕਾਰ ਵੱਲੋਂ ਹੋਵੇ। ਤੇ ਇੱਕ ਹੋਰ ਜਿਹੜੀ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਵੀ ਹੈ ਕਿ ਭਾਰਤ ਨੇ ਅਜਿਹਾ ਸਖਤ ਕਦਮ ਚੁੱਕਿਆ ਹੈ ਕੈਨੇਡਾ ਦੇ ਨਾਗਰਿਕਾਂ ਖਿਲਾਫ ਕਿ ਜੇਕਰ ਤੁਸੀਂ ਹਿੰਦੁਸਤਾਨੀ ਪਾਸਪੋਰਟ ਹੋਲਡਰ ਹੋ, ਯਾਨੀ ਇੰਡੀਅਨ ਪਾਸਪੋਰਟ ਹੋਲਡਰ ਹੋ, ਤੁਸੀਂ ਆਪਣੀ ਮਰਜ਼ੀ ਨਾਲ ਕੈਨੇਡਾ ਤੋਂ ਹਿੰਦੁਸਤਾਨ ਵਿੱਚ ਆ ਸਕਦੇ ਹੋ ਤੇ ਵਾਪਸ ਕੈਨੇਡਾ ਜਾ ਸਕਦੇ ਹੋ। ਇਹ ਜਿਹੜੀ ਹਦਾਇਤਾਂ ਲਾਗੂ ਕੀਤੀਆਂ ਗਈਆਂ ਨੇ ਇਹ ਸਿਰਫ ਉਹਨਾਂ ਲਈ ਨੇ ਜਿਨ੍ਹਾਂ ਕੋਲ ਕੈਨੇਡਾ ਦਾ ਪਾਸਪੋਰਟ ਹੈ। ਜੀ ਹਾਂ, ਜਿਹੜੇ ਕੈਨੇਡਾ ਦੇ ਖੁਦ ਦੇ ਵਾਸੀ ਹਨ, ਜਿਨ੍ਹਾਂ ਨੇ ਸ਼ੁਰੂ ਤੋਂ ਜਿਹੜੇ ਕੈਨੇਡਾ ਵਿੱਚ ਰਹੇ ਹਨ, ਉਹਨਾਂ ਕੋਲ ਨਾ ਤਾਂ OCI ਕਾਰਡ ਹੈ, ਨਾ ਹੀ ਉਹਨਾਂ ਕੋਲ PIO ਕਾਰਡ ਹੈ। ਕਿਸੇ ਤਰੀਕੇ ਦਾ ਉਹਨਾਂ ਦਾ ਅਜਿਹਾ ਉਹਨਾਂ ਕੋਲ ਕੋਈ ਡਾਕੂਮੈਂਟ ਨਹੀਂ ਹੈਗਾ ਜਿਹੜਾ ਇਹ ਸਬੂਤ, ਇਸ ਚੀਜ਼ ਦਾ ਸਬੂਤ ਦੇ ਸਕੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕਦੇ ਭਾਰਤ ਨਾਲ, ਭਾਰਤ ਦੇ ਵਾਸੀ ਰਹੇ ਹਨ ਜਾਂ ਭਾਰਤ ਨਾਲ ਜੁੜੇ ਹੋਏ ਸਨ। ਇਹਨਾਂ ਲੋਕਾਂ ਤੇ ਭਾਰਤ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਭਾਵੇਂ ਉਹ ਕੈਨੇਡਾ ਦਾ ਕੋਈ ਵੀ ਨਾਗਰਿਕ ਹੋਵੇ, ਉਸਨੇ ਟੂਰਿਸਟ, ਉਸਨੇ ਭਾਰਤ ਵਿੱਚ ਘੁੰਮਣ ਵਾਸਤੇ ਆਉਣਾ ਹੋਵੇ, ਆਪਣੇ ਬਿਜ਼ਨਸ ਵਾਸਤੇ ਆਉਣਾ ਹੋਵੇ, ਕੋਈ ਵਿਆਹ ਸ਼ਾਦੀ ਕਿਸੇ ਵੀ ਤਰੀਕੇ ਦਾ ਫੰਕਸ਼ਨ ਅਟੈਂਡ ਕਰਨ ਆਉਣਾ ਹੋਵੇ, ਉਹ ਹੁਣ ਭਾਰਤ ਵਿੱਚ ਨਹੀਂ ਆ ਸਕਦੇ। ਇਹਨਾਂ ਸਾਰੇ ਮਸਲਿਆਂ ਵਿੱਚ ਹੁਣ ਅਸੀਂ ਦੂਸਰੇ ਪੱਖ ਦੀ ਵੀ ਇੱਕ ਗੱਲ ਕਰਾਂਗੇ। ਭਾਰਤ ਸਰਕਾਰ ਨੇ ਤਾਂ ਆਪਣਾ ਫੈਸਲਾ ਦੇਤਾ ਕਿ ਕੈਨੇਡਾ ਦੇ ਨਾਗਰਿਕਾਂ ਨੂੰ ਅਸੀਂ ਵੀਜ਼ਾ ਨਹੀਂ ਦੇਵਾਂਗੇ, ਪਰ ਜੇ ਟਰੂਡੋ ਸਰਕਾਰ ਵੀ ਇੱਦਾਂ ਦੇ ਨਿਯਮ ਲਾਗੂ ਕਰ ਦਿੰਦੀ ਹੈ ਤਾਂ ਭਾਰਤ ਅਤੇ ਖਾਸ ਤੌਰ ਤੇ ਜੇਕਰ ਪੰਜਾਬ ਦੀ ਗੱਲ ਕਰੀਏ, ਜਿਹੜੇ ਲੋਕ ਉੱਥੇ ਗਏ ਹੋਏ ਹਨ ਜਾਂ ਵੀਜ਼ਾ ਦੀ ਤਿਆਰੀ ਕਰ ਰਹੇ ਹਨ, ਸਪਾਊਸ ਵੀਜ਼ਾ, ਟੂਰਿਸਟ ਵੀਜ਼ਾ, ਵਰਕ ਪਰਮਿਟ, ਸਟੱਡੀ ਵੀਜ਼ਾ, ਕਿਸੇ ਵੀ ਤਰੀਕੇ ਦੇ ਜਿਹੜੇ ਲੋਕ ਗੱਲ ਕਰ ਰਹੇ ਹਨ ਉੱਥੇ ਜਾ ਕੇ ਕੰਮ ਕਰਨ ਦੀ, ਰਹਿਣ ਦੀ, ਪੜ੍ਹਨ ਦੀ, ਉਹਨਾਂ ਦਾ ਕੀ ਬਣੇਗਾ। ਤੁਹਾਨੂੰ ਦੱਸਦੇ ਕਿ ਇਸ ਮਾਮਲੇ ਵਿੱਚ ਵੀ ਅਸੀਂ ਇੱਕ ਸਰਵੇਖਣ ਕੀਤਾ, ਇੱਕ ਆਪਣੀ ਰਿਪੋਰਟ ਤਿਆਰ ਕੀਤੀ ਹੈ ਜੋ ਇਹ ਕਹਿੰਦੀ ਹੈ ਕਿ ਸਾਲ 2020 ਦੀ ਰਿਪੋਰਟ ਜਿਹੜੀ ਕਿ ਕਹਿੰਦੀ ਹੈ ਕੈਨੇਡਾ ਸਰਕਾਰ ਨੇ ਰਿਲੀਜ਼ ਕੀਤੀ ਸੀ ਕਿ 30 ਤੋਂ 40 ਬਿਲੀਅਨ ਡਾਲਰ ਦੀ ਜਿਹੜੀ ਕੈਨੇਡਾ ਦੀ ਕਮਾਈ ਹੋਈ ਹੈ ਉਹ ਇਸੇ ਤਰੀਕੇ ਤੋਂ ਹੋਈ ਹੈ ਕਿ ਬਾਹਰਲੇ ਮੁਲਕਾਂ ਦੇ ਬੱਚਿਆਂ ਨੇ ਆ ਕੇ ਉੱਥੇ ਪੜ੍ਹਾਈ ਕੀਤੀ ਹੈ, ਲੱਖਾਂ ਰੁਪਇਆ ਦਿੱਤਾ ਹੈ, 20-25 ਲੱਖ ਰੁਪਏ ਦਿੱਤੇ ਨੇ ਅਤੇ ਕੈਨੇਡਾ ਦੀ ਇਕਨੋਮੀ ਵਿੱਚ ਵਾਧਾ ਕੀਤਾ ਹੈ। 30 ਤੋਂ 40 ਬਿਲੀਅਨ ਡਾਲਰ ਇਹ ਮਹਿਜ਼ ਸਿਰਫ 1 ਸਾਲ ਦੀ ਕਮਾਈ ਹੈ ਕੈਨੇਡਾ ਦੀ ਸਰਕਾਰ ਦੀ, ਜੋ ਉਹਨਾਂ ਨੇ ਬਾਹਰਲੇ ਮੁਲਕਾਂ ਤੋਂ ਜਿਹੜੇ ਬੱਚੇ ਪੜ੍ਹਨ ਆਉਂਦੇ ਨੇ ਉਹਨਾਂ ਤੋਂ ਕੀਤੀ ਹੈ, ਜਿਨ੍ਹਾਂ ਵਿੱਚ 30 ਤੋਂ 35% ਭਾਰਤ ਦੇ ਹੁੰਦੇ ਨੇ ਅਤੇ ਵਾਧੂ ਹੁੰਦੇ ਨੇ ਪੰਜਾਬ ਦੇ।
ਇਸ ਤੋਂ ਬਾਅਦ ਇੱਕ ਹੋਰ ਜਿਹੜੀ ਚੀਜ਼ਾਂ ਦੇਖਣ ਵਿੱਚ ਸਾਹਮਣੇ ਆ ਰਹੀਆਂ ਕਿ ਜੇਕਰ ਕੈਨੇਡਾ ਦੀ ਸਰਕਾਰ ਵੀ ਇਦਾਂ ਦੇ ਨਿਯਮ ਲਾਗੂ ਕਰਦੀ ਹੈ, ਇਦਾਂ ਦਾ ਸਖਤ ਰਵੱਈਆ ਅਪਣਾਉਂਦੀ ਹੈ ਇਮੀਗ੍ਰੇਸ਼ਨਸ ਖਿਲਾਫ, ਜਿਹੜੇ ਹਿੰਦੁਸਤਾਨੀ ਭਾਰਤੀ ਕੈਨੇਡਾ ਵਿੱਚ ਆ ਕੇ ਪੜ੍ਹਨਾ ਚਾਹੁੰਦੇ ਹਨ, ਕੰਮ ਕਰਨਾ ਚਾਹੁੰਦੇ ਹਨ, ਤਾਂ ਸਿਚੁਏਸ਼ਨ ਖਾਸ ਤੌਰ ਤੇ ਇਹਨਾਂ ਸੂਬਿਆਂ ਦੀ, ਚਾਹੇ ਉਹ ਪੰਜਾਬ ਹੋਵੇ, ਹਰਿਆਣਾ ਹੋਵੇ, ਇਹਨਾਂ ਜਿੱਥੇ ਲੋਕ ਕੈਨੇਡਾ ਵਿੱਚ ਜਾ ਕੇ ਪੜ੍ਹਨ ਦੇ ਵੱਧ ਇੱਛੁਕ ਹਨ, ਭਾਵੇਂ ਉਹ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਹੋਣ, ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਹੋਣ, ਕਿਸੇ ਵੀ ਤਰੀਕੇ ਕੈਨੇਡਾ ਦੀ ਧਰਤੀ ਤੇ ਪਹੁੰਚਣਾ ਚਾਹੁੰਦੇ ਹੋਣ, ਅਜਿਹੇ ਸੂਬਿਆਂ ਵਿੱਚ ਹਾਲਾਤ, ਮਾਹੌਲ ਖਰਾਬ ਹੋ ਸਕਦਾ ਹੈ, ਕਿਉਂਕਿ ਕੋਈ ਵੀ ਸੂਬਾ ਇਹ ਨਹੀਂ ਚਾਹੇਗਾ ਕਿ ਉਹਨਾਂ ਦੇ ਨਾਗਰਿਕਾਂ ਦੀਆਂ ਇੱਛਾਵਾਂ ਨੂੰ ਦਬਾਇਆ ਜਾਵੇ, ਭਾਵੇਂ ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਹਾਲਾਂਕਿ ਟਰੂਡੋ ਸਰਕਾਰ ਇਸ ਗੱਲ ਦੇ ਬਿਲਕੁਲ ਖਿਲਾਫ ਅਸੀਂ ਮੰਨ ਸਕਦੇ ਹਾਂ, ਕਿਉਂਕਿ ਇੰਨੀ ਉਹਨਾਂ ਨੂੰ ਕਮਾਈ ਹੁੰਦੀ ਹੈ, 1 ਸਾਲ ਦੀ $40 ਬਿਲੀਅਨ ਕਮਾਈ ਹੋਣਾ, ਜਿਸ ਦਾ 30% 35% ਭਾਰਤ ਤੋਂ ਆਉਂਦਾ ਹੈ। ਉਸ ਤੇ ਕੈਨੇਡਾ ਸਰਕਾਰ ਤਾਂ ਪਾਣੀ ਨਹੀਂ ਫੇਰਨਾ ਚਾਹੇਗੀ, ਮਿੱਟੀ ਪਾਣਾ ਨਹੀਂ ਚਾਹੇਗੀ। ਇਸ ਕਰਕੇ ਕੈਨੇਡਾ ਸਰਕਾਰ ਇੱਦਾਂ ਦੀ ਕੋਈ ਹਦਾਇਤ ਨਹੀਂ, ਇੱਦਾਂ ਦੇ ਕੋਈ ਨਿਯਮ ਲਾਗੂ ਨਹੀਂ ਕਰੇਗੀ ਜਿਸ ਦੇ ਚਲਦੇ ਭਾਰਤ ਵਿੱਚ ਜਿਹੜੇ ਨਾਗਰਿਕਾਂ ਨੇ, ਜਿਹੜੇ ਸਟੂਡੈਂਟਸ ਨੇ, ਕੰਮ ਕਰਨ ਆਉਣਾ, ਪੜ੍ਹਨ ਆਉਣਾ, ਉਹਨਾਂ ਤੇ ਕਿਸੇ ਤਰੀਕੇ ਦੀ ਬੰਦਿਸ਼ਾਂ ਲੱਗਣ। ਕੋਈ ਰੂਲਸ ਹਾਲੇ ਤੱਕ ਕੈਨੇਡਾ ਦੀ ਸਰਕਾਰ ਨੇ ਲਾਗੂ ਨਹੀਂ ਕੀਤੇ ਹਨ ਅਤੇ ਉਮੀਦ ਵੀ ਇਹੀ ਲਗਾਈ ਜਾ ਰਹੀ ਹੈ ਕਿ ਅਜਿਹੇ ਰੂਲ ਲਾਗੂ ਨਹੀਂ ਹੋਣਗੇ। ਪਰ ਭਾਰਤ ਸਰਕਾਰ ਦਾ ਇਹਨਾਂ ਸਖਤ ਰਵੱਈਆ ਕੈਨੇਡਾ ਦੇ ਨਾਗਰਿਕਾਂ ਖਿਲਾਫ ਕਿੰਨਾ ਸਹੀ ਹੈ, ਕਿੰਨਾ ਗਲਤ ਹੈ, ਇਹ ਤੁਸੀਂ ਬਿਹਤਰ ਜਾਣ ਸਕਦੇ ਹੋ, ਤੁਸੀਂ ਬਿਹਤਰ ਦੱਸ ਸਕਦੇ ਹੋ। ਅਤੇ ਨਾਲ ਦੇ ਨਾਲ ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ, ਇਸ ਗੱਲ ਤੇ ਵੀ ਇੱਕ ਗੱਲ ਤੇ ਗੌਰ ਕਰਨਾ ਬਹੁਤ ਜ਼ਰੂਰੀ ਹੈ ਕਿ ਜੇਕਰ ਕੈਨੇਡਾ ਦੀ ਸਰਕਾਰ ਖੁਦ ਇੱਦਾਂ ਦਾ ਸਖਤ ਰਵੱਈਆ ਅਪਣਾਉਂਦੀ ਹੈ ਤਾਂ ਪੰਜਾਬ ਦੇ ਹਾਲਾਤ ਕਿੰਨੇ ਖਰਾਬ ਹੋ ਸਕਦੇ ਨੇ। ਮੇਰਾ ਰੰਗਲਾ ਪੰਜਾਬ रंगला है पंजाब दा विरसा, एक वार ते आके वेखो जरा।